ਉਹ ਤੁਸੀਂ ਕਿਸੇ ਇੱਕ ਜਗ੍ਹਾ 'ਤੇ ਬੰਦੇ ਇਕੱਠੇ ਕਰਕੇ ਸਾਡਾ ਬੰਦਾ ਆ ਜਾਏਗਾ, ਟੈਲੀਫੋਨ ਫੀਡ ਸਿਸਟਮ ਦਾ ਹੁੰਦਾ, ਆ ਸਕਦਾ। ਜਿਸ ਦਿਨ ਉਹ ਮਸਰੂਫ ਨਾ ਹੋਵੇ, ਇੱਕ ਤੁਹਾਡੇ ਪਿੰਡ ਚੱਕ 'ਚ ਆ ਜਾਏਗਾ, ਆਪਣੇ ਚੱਕ ਰਜਿਸਟ੍ਰੇਸ਼ਨ ਉਹ ਕਰ ਲਏਗਾ। ਉਹ ਫਾਰਮ ਸਾਡੇ ਕੋਲ ਆਉਣਗੇ, ਅਸੀਂ ਆਪਣੇ ਹੈੱਡਕੁਆਟਰ 'ਤੇ ਭੇਜਾਂਗੇ। ਉਹ 3-4 ਦਿਨਾਂ 'ਚ ਉਹ ਪ੍ਰੋਸੈਸ ਮੁਕੰਮਲ ਹੋ ਜਾਂਦਾ ਤਕਰੀਬਨ। ਉਹਦੇ ਬਾਅਦ ਤੁਸੀਂ ਉਹ ਇੱਕ ਉਹਦੇ 'ਤੇ ਆਪਣਾ ਖਾਨੇ ਨੇ ਸਾਰੇ, ਰਕਬਾ ਕਿੰਨਾ ਹੈ ਤੁਹਾਡੇ, ਇੱਕ ਮੁਤਬਾਦਲ ਫਾਰਮਰ ਹੋਏਗਾ, ਉਹ 'ਤੇ ਤੁਹਾਡਾ ਨੰਬਰ ਲਿਖਿਆ ਜਾਂਦਾ, ਤੁਹਾਡੇ ਮੁਤਬਾਦਲ ਦਾ ਨੰਬਰ ਲਿਖਿਆ ਜਾਂਦਾ। ਉਹ ਜਿਹੜੀ ਸਿਮ 'ਤੇ ਦਾ ਤੁਸੀਂ ਨੰਬਰ ਲਿਖੋਗੇ ਨਾ, ਅਤੇ ਜਿਹੜਾ ਸ਼ਨਾਖਤੀ ਕਾਰਡ, ਉਹ ਕਾਇੰਡਲੀ ਇਹਦਾ ਖਾਸ ਖਿਆਲ ਰੱਖਣਾ, ਬੰਦਿਆਂ ਕੋਲ ਸਿਮਾਂ ਹੁੰਦੀਆਂ 4-4, ਰਜਿਸਟਰਡ ਕੋਈ ਹੋਰ ਸਿਮ ਕਰਾਈਏ, ਉੱਥੇ ਫਿਰ ਮਸਲੇ ਮਸਾਇਲ ਪੈਦਾ ਹੋਣਾ ਸ਼ੁਰੂ ਹੋ ਜਾਂਦੇ ਨੇ। ਐਗਜ਼ੈਕਟਲੀ ਉਹ ਸਿਮ ਤੁਸੀਂ ਇਸਤੇਮਾਲ ਕਰੋਗੇ ਜਿਹੜੀ ਤੁਸੀਂ ਆਪਣੀ ਰਜਿਸਟ੍ਰੇਸ਼ਨ ਵਾਸਤੇ, ਜਦੋਂ ਤੁਸੀਂ ਵਾਊਚਰ ਚੜਾਉਣੇ ਨੇ। ਵਾਊਚਰ ਜਿਹੜਾ ਚੜਾਉਣ ਦਾ ਤਰੀਕਾ ਬੜਾ ਵਜ਼ਾਹਤ ਨਾਲ ਉਹਦੇ ਉੱਤੇ ਲਿਖਿਆ ਹੈ, ਕੋਡ ਸਪੇਸ ਸ਼ਨਾਖਤੀ ਕਾਰਡ ਨੰਬਰ 8070 ਤੇ ਭੇਜਣਾ। ਉਹਦੇ 'ਚ ਕਿਸੇ 'ਚ ਨਾ ਸ਼ਨਾਖਤੀ ਕਾਰਡ ਦੇ ਨੰਬਰ 'ਚ ਡੈਸ਼ ਪਾਉਣੀ, ਨਾ ਉਹ ਕੋਡ ਦੇ ਵਿੱਚ 15 ਹਿੰਸਿਆਂ ਦਾ ਕੋਡ ਹੈ ਇਹਦਾ DAP ਦਾ। ਇਸੇ ਤਰ੍ਹਾਂ ਬਾਕੀ ਵੀ ਉਹ ਜਿੰਨਾ ਕੁ ਲੁਕਿਆ ਹੁੰਦਾ ਨਾ, ਜਿਵੇਂ ਕਣਕ ਦੇ ਵਿੱਚ ਇੱਕ ਕੋਡ ਦੇ ਨਾਲ ਇੱਕ ਹੋਰ ਚੀਜ਼ ਵੀ ਲਿਖੀ ਸੀ, ਅੰਗਰੇਜ਼ੀ ਦਾ ਇੱਕ ਹਰਫ ਸੀ, W ਸੀ ਮੇਰਾ ਖਿਆਲ ਪਿਛਲੀ ਦਫਾ। ਜਿਹੜਾ ਲੁਕਿਆ ਹੈ ਨਾ, ਉਹ ਜੋ ਵੀ ਲਿਖਿਆ ਉਹ ਤੁਸੀਂ ਉਹਦੇ ਉੱਤੇ ਚੜਾਉਣ ਲੱਗਿਆ ਲਾਜ਼ਮੀ ਚੜਾਉਣਾ। ਉਹ W ਕਈ ਬੰਦੇ ਨਹੀਂ ਸੀ ਪਾਉਂਦੇ, ਨਹੀਂ ਸੀ ਚੜ੍ਹਦਾ, ਉਹ W ਵੀ ਨਾਲ ਪਾਉਣਾ ਸੀ। ਜੋ ਚੀਜ਼ ਲੁਕਾਈ ਹੁੰਦੀ ਉਹ ਉਹਦੇ ਉੱਤੇ ਚੜ੍ਹੇਗੀ। ਚੜ੍ਹਨ ਤੋਂ ਬਾਅਦ ਜਿਹੜੇ ਦੋਸਤ ਦਾ ਨਾਂ ਤੁਹਾਡਾ 6MR 6T ਅਰਾਜ਼ੀ ਸੈਂਟਰ 'ਤੇ ਚੜ੍ਹਿਆ, ਕੰਪਿਊਟਰ ਹੋਇਆ ਨਾ ਮੌਜਾ, ਇਹਨਾਂ 'ਚ ਜਿਹੜੇ ਦੋਸਤਾਂ ਦਾ ਰਕਬਾ ਕੰਪਿਊਟਰਾਈਜ਼ਡ ਹੋਇਆ ਹੈ ਨਾ, ਉਹਨਾਂ ਦੇ ਆਟੋਮੈਟਿਕ ਜਦੋਂ ਚੜਾਓ ਦੋਗੇ 1-2 ਦਿਨਾਂ 'ਚ ਉਹ ਮੈਸੇਜ ਆ ਜਾਏਗਾ ਕਿ ਤੁਹਾਡੀ ਸਬਸਿਡੀ ਲਈ ਜਲਦ ਰਾਬਤਾ, 1-2 ਦਿਨਾਂ DAP ਦੇ ਪੈਸੇ ਆ ਜਾਣਗੇ। ਸਰ ਕੁਝ ਲੋਕ ਐਸੇ ਵੀ ਆ ਕਿ ਉਹਨਾਂ ਦਾ ਰਕਬਾ ਚੜਿਆ ਵੀ ਆ, ਲੇਕਿਨ ਉਹ ਉਧਰੋਂ ਰਜਿਸਟਰਡ ਕੋਈ ਨਹੀਂ, ਤੇ ਉਸ ਵਜ੍ਹਾ ਤੋਂ ਪ੍ਰੋਬਲਮ ਆ ਰਹੀ। ਅਗਰ ਤੁਸੀਂ ਰਜਿਸਟਰਡ ਜੇ ਨਾ, ਫਿਰ ਤੁਹਾਡੇ ਪ੍ਰੋਬਲਮ ਨਹੀਂ ਆਉਂਦੀ। ਜਿਹੜੇ ਜਿਨ੍ਹਾਂ ਦੇ ਨਾਂ ਰਕਬਾ ਹੈ, ਜਿਹੜੇ ਦੋਸਤ ਹੈਗੇ ਨੇ ਮੁਸਤਾਜਰ, ਉਹਨਾਂ ਦਾ ਨਹੀਂ ਆਏਗਾ ਭਾਵੇਂ 20 ਸਾਲ ਪੈ ਰਹੋ। ਉਹਦਾ ਤਰੀਕਾ ਇਹ ਹੈ, ਸਾਡੇ ਕੋਲ ਇੱਕ ਐਪ ਉਹਨਾਂ ਭੇਜੀ ਹੈ, ਪਹਿਲੇ ਗੌਰਮੈਂਟ ਦੇ ਉੱਧਰੋਂ ਲਾਹੌਰੋਂ ਹੀ ਹੁੰਦਾ ਸੀ, ਹੁਣ ਉਹ ਬੰਦਾ ਆਪਣਾ ਸਾਬਤ ਕਰੇਗਾ ਕਿ ਮੈਂ ਕਾਸ਼ਤਕਾਰ ਹਾਂ। ਸਾਬਤ ਕਰਨ ਵਾਸਤੇ ਫਿਰ ਬੰਦੇ ਮੁਖਤਲਿਫ ਹਰਬੇ ਇਸਤੇਮਾਲ ਕਰ, ਤੂੰ ਮੈਨੂੰ ਨਹੀਂ ਜਾਣਦਾ, ਤੂੰ ਮੇਰਾ ਰਿਸ਼ਤੇਦਾਰ ਨਹੀਂ, ਸਾਡੇ ਫਲਾਣੇ ਦਾ ਫਲਾਣਾ ਤੁਹਾਡੇ ਲਈ, ਇਹ ਨਹੀਂ ਤਰੀਕਾ ਹੈ। ਉਹਦਾ ਸਾਡਾ ਇੱਕ ਫਾਰਮ ਹੈ, ਫੋਟੋ ਸਟੇਟ 'ਤੇ ਪਿਆ ਪੰਜਾਬ ਗੌਰਮੈਂਟ, ਉਹਦੇ 'ਤੇ ਸਾਰੇ SOP ਉਹਦੇ ਲਿਖੇ ਨੇ। SOP ਹੁੰਦੇ ਵੀ ਆਹ ਕੰਮ ਪੂਰਾ ਕਰੋਗੇ ਤਾਂ ਫਿਰ ਇਹ ਵੈਲਿਡ ਹੋ ਜਾਊਗਾ। ਉਹਦੇ 'ਤੇ ਲਿਖਿਆ ਜਿਹੜਾ ਮੁਸਤਾਜਰ ਹੋਏਗਾ ਉਹ ਆਪਣੇ ਮਾਲਕ ਦੀ ਫਰਦ ਮਲਕੀਅਤ ਦੀ ਫੋਟੋਕਾਪੀ ਦੇਵੇਗਾ, ਨੰਬਰਦਾਰ ਉਹਨੂੰ ਵੈਰੀਫਾਈ ਕਰੇਗਾ। ਇਹ ਨਹੀਂ ਨੰਬਰਦਾਰ ਕੱਲ੍ਹ ਨੂੰ ਜਦੋਂ ਕੋਈ ਰੌਲਾ ਬਣੇਗਾ ਤਾਂ ਫਿਰ ਨੰਬਰਦਾਰ ਵੀ ਤਾਂ ਨਾਲ ਆਵੇ ਨਾ, ਨੰਬਰਦਾਰ ਕੋਲ ਉਹ ਫਾਰਮ ਹੀ ਅਟੈਸਟ ਕਰੇਗਾ, ਨਾਲ ਉਹ ਫਰਦ ਮਲਕੀਅਤ ਉਸ ਬੰਦੇ ਦੀ ਵਾਕਿਆ ਹੈ ਕਿ ਨਹੀਂ, ਉਹ ਨੰਬਰਦਾਰ ਉੱਥੋਂ ਦਾ ਜ਼ਿੰਮੇਵਾਰ ਹੈ ਉਹਦਾ, ਉਹ ਅਟੈਸਟ ਕੀਤਾ ਹੋਏਗਾ। ਸਾਡਾ ਫੀਲਡ ਅਸਿਸਟੈਂਟ ਅੱਖਾਂ ਮੀਟ ਕੇ ਵੈਰੀਫਾਈ ਕਰ ਦੇਗਾ। ਇੱਥੇ ਬੈਠਿਆਂ ਵੈਰੀਫਾਈ ਕਰਾਓਗੇ, ਮੈਸੇਜ ਆ ਜਾਏਗਾ ਤੁਹਾਡੇ ਇੰਨੇ ਹਜ਼ਾਰ ਪੈਸੇ। ਉਹ HBL ਕਨੈਕਟ ਵਾਲਾ ਜਿਹੜਾ ਵੀ ਕੋਈ ਬੰਦਾ ਹੋਏਗਾ, 6 ਰੁਪਏ 'ਤੇ ਹੋਵੇ ਅਤੇ ਮਖਦੂਮ ਰਸ਼ੀਦ ਹੋਏ ਜੀ, ਉਹ ਉੱਥੇ ਜਾ ਕੇ ਅੰਗੂਠਾ ਲਾਓਗੇ, ਤੁਹਾਡੇ ਪੈਸੇ ਆ ਜਾਣਗੇ। ਹੁੰਦਾ ਕੀ ਹੈ, ਉੱਥੇ ਜਾ ਕੇ ਅੰਗੂਠਾ ਲਾਈਦਾ, ਪੈਸੇ ਵੀ ਸ਼ੋਅ ਹੋ ਰਿਹਾ, ਆਉਂਦੇ ਨਹੀਂ। ਕਿਸੇ ਦੀ ਐਰਰ ਆ ਜਾਂਦੀ, ਕਿਸੇ ਦੀ ਪਤਾ ਨਹੀਂ ਹੋਰ ਕੁਛ ਆ ਜਾਂਦਾ, ਅਤੇ ਕਿਸੇ ਦਾ ਬੜੇ ਬੰਦਿਆਂ ਦੇ ਪੈਸੇ ਉਹਦੇ ਤੋਂ ਬਾਅਦ ਵੀ ਕੋਈ ਨਹੀਂ ਨਿਕਲਣੇ। ਮੇਰੇ ਆਪਣੇ ਕੋਈ ਨਹੀਂ ਨਿਕਲੇ, ਮੈਂ ਰਾਤ ਅਸਰ ਮੈਂ ਹੈਲਪਲਾਈਨ ਤੇ ਬਜ਼ੁਰਗ ਬੈਠੇ, ਇਹਨਾਂ ਦਾ ਵੀ ਉਹੀ ਮਸਲਾ। ਕੋਈ ਜ਼ਿਲ੍ਹਾਬੰਦੀ ਦਾ ਫਰਕ ਹੋਗਾ ਜਾਂ ਨਹੀਂ? ਕੋਈ ਜ਼ਿਲ੍ਹਾਬੰਦੀ ਦਾ ਸਾਰਾ ਇੱਕ ਹੀ ਹੈ ਸਰ, ਜਿਹਦੇ ਅੱਧੇ ਨਿਕਲੇ, ਲੇਕਿਨ ਜ਼ਿਲ੍ਹਾਬੰਦੀ ਦਾ ਫਰਕ ਐਵੇਂ ਆ, ਮੇਰੀ ਗੱਲ ਸੁਣੋ, ਤੁਹਾਨੂੰ ਉੱਥੋਂ ਦਾ ਬੰਦਾ ਕਰਕੇ ਨਹੀਂ ਦੇਗਾ। ਤੁਸੀਂ ਉਹਨੂੰ ਆਖੋਗੇ ਨਾ ਮੈਂ 6T ਦਾ, ਅਤੇ ਮੇਰੀ ਵੈਰੀਫਿਕੇਸ਼ਨ ਕਰ ਦੇ, ਵੈਰੀਫਿਕੇਸ਼ਨ ਹੋਏਗੀ ਅਤੇ ਉਹ ਆਏ ਉਹਨਾਂ ਨੂੰ ਨਾ ਪੈਸੇ। ਹੁਣ ਉਹ ਸਾਲ ਇੰਤਜ਼ਾਰ ਕਰਨ ਦੀ ਲੋੜ ਨਹੀਂ। ਜਿਹਦਾ ਕੰਪਿਊਟਰਾਈਜ਼ਡ ਰਕਬਾ ਉਹਦਾ ਵਿਦਿਨ ਅ ਵੀਕ ਕੰਮ ਹੋ ਜਾਏਗਾ। ਜਿਹਦਾ ਨਹੀਂ ਹੈ ਉਹ ਸਾਡੇ ਫੀਲਡ ਸਿਸਟਮ ਕੋਲ ਜਿੰਨੀ ਜਲਦੀ ਕਰਵਾ ਲਏਗਾ, ਸਬੂਤ ਲੈ ਕੇ ਨਾਲ ਲਿਖਿਆ ਐਸੇ ਕਰਕੇ ਸਕੇ, ਨਾਲ ਤੁਸੀਂ ਲਿਖੋ ਵੀ ਸਬੂਤ ਦਾ ਲਫ਼ਜ਼ ਵੀ ਲੈ ਕੇ ਜਾਓ, ਨਹੀਂ ਤਾਂ ਬੰਦੇ ਆਖਣਗੇ ਯਾਰ ਤੁਸੀਂ ਆਪਣੇ ਕੋਲੋਂ ਬਣਾਇਆ। ਤੰਗ ਕਰਨ ਵਾਲੀ ਕੋਈ ਲੋੜ ਨਹੀਂ। ਉਹ ਜਿਹੜਾ ਵਰਕ ਹੈ ਨਾ ਫਾਰਮ ਪੂਰ ਕਰੋ, ਜੋ ਉਹਦੇ 'ਤੇ ਲਿਖਿਆ ਉਹ ਰਿਕੁਆਇਰਮੈਂਟ ਪੂਰੀਆਂ ਕਰੋ ਅਤੇ ਹਾਜ਼ਰ ਹੈ, ਅਤੇ ਨਹੀਂ ਤਾਂ ਐਸਾ ਨਹੀਂ ਕਰਨਾ। ਸਰ ਇੱਕ ਰਿਕੁਐਸਟ, ਪੇਸ਼ ਹੀ ਪੈ ਜਾਂਦੀ। ਪਿਛਲੇ ਪੈਸੇ ਅੱਧੇ ਆਏ, ਅੱਧੇ ਨਹੀਂ ਆਏ। ਅੱਧਿਆਂ ਨੂੰ ਕੀ ਬਣਿਆ ਪਤਾ ਨਹੀਂ, ਉਹਨਾਂ ਨੇ ਪੈਸੇ ਵੀ ਸ਼ੋਅ ਕੀਤੇ ਜਿਵੇਂ ਤੁਸੀਂ ਕਹਿ ਰਹੇ ਹੋ, ਤੇ ਫਿਰ ਮਿਲਿਆ ਨਹੀਂ। ਐਕਚੁਅਲੀ ਸਰ ਇਸ ਤੋਂ ਅੱਗੇ ਮੇਰੇ ਇਲਮ 'ਚ ਨਹੀਂ। ਪਹਿਲੇ ਗੱਲ ਕੀਤੀ ਨਾ, ਇੱਕ ਸਾਹਮਣੇ ਹੀ ਬੈਠੇ ਆ, ਪੈਸੇ ਸ਼ੋਅ ਬਾਰ ਯੂਜ਼ ਕੀਤੀ ਹੈ ਨਾ, ਗੱਟੂ ਸੈਂਡ ਕੀਤੇ ਹੈ। ਇੱਕ ਦਫਾ ਇੱਕ ਸਿਮ ਤੋਂ 3-4 ਕਰ ਦਿੱਤੇ, ਦੂਸਰੀ ਦਫਾ ਦੂਸਰੀ ਸਿਮ ਤੋਂ। ਤੁਹਾਨੂੰ ਮੈਂ ਇੱਕ ਗੱਲ ਪਹਿਲਾਂ ਵਾਅਦੇ ਕਰ ਦਿੱਤੀ, ਇਹ ਰੋਲਾ ਬਣਿਆ ਰਜਿਸਟ੍ਰੇਸ਼ਨ ਵਾਲੀ ਸਿਮ ਉਹ ਸ਼ਨਾਖਤੀ ਕਾਰਡ, ਜਦੋਂ ਤੁਸੀਂ ਸਿਮ ਬਦਲਾਈ ਤੁਹਾਡਾ ਕੰਮ ਖਰਾਬ ਹੋ ਜਾਂਦਾ। ਤੇ ਜਿਹਦੇ ਨਾਂ ਰਕਬਾ ਵੀ ਥੋੜਾ ਹੋਵੇ, ਮਿਸਾਲ 6 ਕਨਾਲ ਜਾਂ 10 ਕਨਾਲ ਜਾਂ ਇਹਦੇ 'ਚ ਇਹ ਕ੍ਰਾਈਟੇਰੀਆ ਬਣੇ, 6 ਕਨਾਲ ਵਾਲੇ ਦਾ ਵੀ ਉਨੀਆਂ ਹੀ ਬੋਰੀਆਂ ਨਿਕਲ ਆਉਂਦੀਆਂ। ਸਹੀ ਹੈ।
ਫਿਰ ਉਹ ਬੰਦਾ ਲੈ ਸਕਦਾ ਹੈ। ਰਜਿਸਟਰਡ ਹੋਣ ਕਰਾਣਾ ਲੇਕਿਨ ਪਏਗਾ। ਹੁਣ ਮੇਰੇ ਉੱਥੇ ਸਵਾਲ ਪੈਦਾ ਹੁੰਦਾ ਵੀ ਤੇਰਾ ਰਕਬਾ 6 ਕਨਾਲ ਦੀ ਫਰਦ ਮਲਕੀਅਤ ਲਈ ਫਿਰਦਾ, ਬੋਰੀਆਂ ਤੋਂ 20 ਚੜਾਈਆਂ, ਤੂੰ ਕਿਵੇਂ ਚੜਾਈਆਂ? ਅੱਛਾ, ਇਹ ਨਹੀਂ ਸਵਾਲ ਪੈਦਾ ਹੁੰਦਾ ਹੋ ਸਕਦਾ। ਵੀ ਤੇਰੀਆਂ 2 ਬੋਰੀਆਂ ਬਣਦੀਆਂ, ਤੂੰ 20 ਦੀ ਬਜਾਏ ਪਤਾ ਨਹੀਂ 100 ਚੜਾਈ ਫਿਰਦਾ, ਤੂੰ ਕਿਵੇਂ ਚੜਾਈਆਂ? ਹੁਣ ਸਰ ਮੇਰਾ ਇਹ ਫਿਰ ਇਹ ਨਾ ਇਹ ਤੁਹਾਨੂੰ ਹੀ ਹੈ, ਸਿੱਧਾ ਸਿੱਧਾ ਕੰਮ ਹੋਏਗਾ ਤੇ ਮੇਰਾ 3 ਏਕੜ ਰਕਬਾ ਹੈ, ਕੰਪਿਊਟਰਾਈਜ਼ ਹੋਇਆ, ਲੇਕਿਨ ਅਜੇ ਤੱਕ ਮੇਰੇ ਰਜਿਸਟਰਡ ਤੁਸੀਂ ਜਿਹੜਾ ਅੱਛਾ ਇੱਕ ਬੰਦੇ ਦਾ ਰਕਬਾ ਕੰਪਿਊਟਰਾਈਜ਼ਡ ਹੋਇਆ, ਹਾਂਜੀ ਮੈਸੇਜ ਨਹੀਂ ਆ ਰਿਹਾ, ਹਫਤਾ ਲੰਘ ਗਿਆ, ਤੇ ਫਿਰ ਅਸਾਂ ਕਰ ਦਾਂਗੇ। ਸਾਨੂੰ ਆਪਣੀ ਫਰਦ ਮਲਕੀਅਤ ਦੀ ਫੋਟੋਕਾਪੀ ਨਹੀਂ ਦੇ ਸਕਦੇ? ਹਾਂ ਉਹ ਤੇ ਦੇ ਸਕਦੇ ਦਿਓ। ਇੱਥੇ ਤੁਹਾਡੇ ਇੱਕੋ ਫੋਟੋਕਾਪੀ ਹੋਵੇ ਤੇ ਤੁਹਾਡੀ ਸਾਰੀ ਉਮਰ ਉਹ ਕੰਮ ਦੇਗੀ। ਅਸਾਂ ਫੋਟੋਕਾਪੀ ਮੰਗਣ ਦਾ ਨੰਬਰਦਾਰ ਤਸਦੀਕ ਕਰਕੇ ਦੇਗਾ। ਇਹ ਸਾਡੇ ਵਾਲੀ ਜਿਹੜੇ ਕੰਪਿਊਟਰਾਈਜ਼ ਉਹ ਨੰਬਰ ਦਾ ਤਸਦੀਕ ਕਰੇ, ਉਹਦੀ ਕਾਪੀ ਅਸਲ ਆਪਣੇ ਕੋਲ ਰੱਖੋ, ਅਸਲ ਕਾਪੀ ਉਥੋਂ ਸਾਡੇ ਦਫ਼ਤਰ ਵੀ ਫਾਰਮ ਪਿਆ, ਲੈ ਕੇ ਉਹਨੂੰ ਪੋਰ ਕਰੋ ਜੋ ਉੱਤੇ ਲਿਖਿਆ ਨਾਲ, ਉਹ ਦਿਓ ਤੇ ਅਸਾਂ ਕਰਦੇ ਰਹਾਂਗੇ। ਠੀਕ 20 ਬੋਰੀਆਂ ਇੱਕ ਤੇ ਚੜ੍ਹਦੀਆਂ, ਉਹ ਕਰਾਈ ਆਓ। ਇੱਕ ਮਿੰਟ ਠਹਿਰ ਮੈਨੂੰ ਜ਼ਿਆਦਾ ਦਿਨ ਲੇਟ ਹੀ ਨਾ ਕਰੋ, ਕਰਾਓ, ਫਿਰ ਉਹ ਵਿਹਲਾ ਹੋਵੇ ਫਿਰ ਚੜਾਓ, ਫਿਰ ਮੇਰਾ 0